हाँ जी, स्वागत है जी ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਐਗਜ਼ਾਮ ਸਟੱਡੀ ਵਿਦ ਜੌਬ ਅਲਰਟ ਤੇ। ਸੋ ਮਾਸਟਰ ਕੇਡਰ SST ਅਗਲਾ ਭਾਗ ਅਗਲੇ ਨਵੇਂ MCQ ਪ੍ਰਸ਼ਨ ਉੱਤਰ ਤੁਹਾਡੇ ਲਈ ਲੈ ਕੇ ਆਏ ਹਾਂ। ਜਿਨ੍ਹਾਂ ਨੇ ਹਾਲੇ ਤੱਕ ਪਹਿਲਾਂ ਵਾਲੇ ਭਾਗ ਰੀਡ ਨਹੀਂ ਕੀਤੇ ਤਾਂ ਚੈਨਲ ਦੀ ਪਲੇਲਿਸਟ ਵਿੱਚ ਜਾ ਕੇ ਜਾਂ ਫਿਰ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਜਾ ਕੇ ਲਿੰਕ ਦਿੱਤਾ ਹੋਇਆ ਹੈ, ਉੱਥੇ ਜਾ ਕੇ ਜ਼ਰੂਰ ਰੀਡ ਕਰ ਲਿਓ। ਤਾਂ ਸਟਾਰਟ ਕਰਦੇ ਹਾਂ ਜੀ ਅਗਲੇ MCQ ਪ੍ਰਸ਼ਨ ਉੱਤਰ। ਇੰਡੀਅਨ ਪੋਲਿਟੀ ਹੈ ਜਿਹੜੀ ਆਪਾਂ ਸਟਾਰਟ ਕਰੀ ਹੋਈ ਹੈ। ਤਾਂ ਪ੍ਰਸ਼ਨ ਨੰਬਰ 447 ਤੋਂ ਸਟਾਰਟ ਕਰਾਂਗੇ। ਰਾਸ਼ਟਰਪਤੀ ਦੀਆਂ ਸੰਕਟਕਾਲੀਨ ਸ਼ਕਤੀਆਂ ਦਾ ਸਿਧਾਂਤ ਹੈ ਜਿਹੜਾ ਇਹ ਕਿਹੜੇ ਦੇਸ਼ ਤੋਂ ਲਿਆ ਗਿਆ? ਜਰਮਨੀ ਦੇ ਵਾਈਮਰ ਸੰਵਿਧਾਨ ਤੋਂ, ਦੱਖਣੀ ਅਮਰੀਕਾ ਦੇ ਸੰਵਿਧਾਨ ਤੋਂ, ਰੂਸ ਦੇ ਸੰਵਿਧਾਨ ਤੋਂ ਜਾਂ ਫਿਰ ਜਾਪਾਨ ਦੇ ਸੰਵਿਧਾਨ ਤੋਂ। ਤਾਂ ਰਾਸ਼ਟਰਪਤੀ ਦੀਆਂ ਸੰਕਟਕਾਲੀਨ ਸ਼ਕਤੀਆਂ ਨੇ ਇਹਨਾਂ ਦਾ ਜਿਹੜਾ ਸਿਧਾਂਤ ਹੈ ਇਹ ਜਰਮਨੀ ਦੇ ਵਾਈਮਰ ਸੰਵਿਧਾਨ ਤੋਂ ਲਿਆ ਗਿਆ। ਆਪਸ਼ਨ ਊੜਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ ਭਾਰਤ ਰਾਸ਼ਟਰਪਤੀ ਆਪਣੀਆਂ ਸਾਰੀਆਂ ਸ਼ਕਤੀਆਂ ਦੀ ਵਰਤੋਂ ਕਿਸ ਦੀ ਸਲਾਹ 'ਤੇ ਕਰਦਾ ਹੈ? ਸੋ ਦੋ ਕੁਐਸਚਨ ਬਣਦੇ ਇਹ ਰਾਸ਼ਟਰਪਤੀ ਦੀਆਂ ਸ਼ਕਤੀਆਂ 'ਤੇ। ਇੱਕ ਤਾਂ ਸੰਕਟਕਾਲੀਨ ਸ਼ਕਤੀਆਂ ਨੇ ਦਾ ਸਿਧਾਂਤ ਜਿਹੜਾ ਕਿਹੜੇ ਦੇਸ਼ ਤੋਂ ਲਿਆ ਗਿਆ, ਉਹ ਆ ਗਿਆ ਜਰਮਨੀ ਦੇ ਵਾਈਮਰ ਸੰਵਿਧਾਨ ਤੋਂ। ਅਤੇ ਜਿਹੜੀਆਂ ਇਹ ਸ਼ਕਤੀਆਂ ਨੇ ਤਾਂ ਰਾਸ਼ਟਰਪਤੀ ਇਹਨਾਂ ਦੀ ਵਰਤੋਂ ਹੈ ਜਿਹੜੀ ਕਿਸ ਦੀ ਸਲਾਹ 'ਤੇ ਕਰਦਾ ਹੈ? ਮੁੱਖ ਮੰਤਰੀ, ਲੋਕ ਸਭਾ, ਰਾਜ ਸਭਾ ਜਾਂ ਫਿਰ ਮੰਤਰੀ ਪਰਿਸ਼ਦ। ਤਾਂ ਇਹ ਰਾਸ਼ਟਰਪਤੀ ਆਪਣੀਆਂ ਸਾਰੀਆਂ ਸ਼ਕਤੀਆਂ ਦੀ ਜਿਹੜੀ ਵਰਤੋਂ ਹੈ ਉਹ ਮੰਤਰੀ ਪਰਿਸ਼ਦ ਦੀ ਸਲਾਹ 'ਤੇ ਕਰਦਾ ਹੈ। ਆਪਸ਼ਨ ਸੱਸਾ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਮੋਸਟ ਇੰਪੋਰਟੈਂਟ ਹੈ। ਭਾਰਤ ਦੇ ਵਿੱਚ ਰਾਸ਼ਟਰੀ ਸੰਕਟ ਕਾਲ ਦੀ ਘੋਸ਼ਣਾ ਹੈ ਜਿਹੜੀ ਉਹ ਕਦੋਂ ਕੀਤੀ ਗਈ ਸੀ? 1962 ਚੀਨ ਦੇ ਹਮਲੇ ਸਮੇਂ, 1971 ਪਾਕਿਸਤਾਨ ਦੇ ਹਮਲੇ ਸਮੇਂ, 1975 ਅੰਦਰੂਨੀ ਗੜਬੜੀ ਕਰਕੇ ਜਾਂ ਉਪਰੋਕਤ ਸਾਰਿਆਂ ਕਰਕੇ। ਤਾਂ ਭਾਰਤ ਦੇ ਵਿੱਚ, ਇੰਡੀਆ ਦੇ ਵਿੱਚ ਰਾਸ਼ਟਰੀ ਸੰਕਟ ਕਾਲ ਦੀ ਘੋਸ਼ਣਾ ਜਿਹੜੀ ਇਹ ਤਿੰਨੋਂ ਹਾਲਾਤਾਂ ਦੇ ਵਿੱਚ ਕੀਤੀ ਜਾ ਚੁੱਕੀ ਹੈ। 1962 ਜੋ ਚੀਨ ਦਾ ਹਮਲਾ ਹੋਇਆ ਸੀ, 1971 ਪਾਕਿਸਤਾਨ ਦਾ ਹਮਲਾ, 1975 ਅੰਦਰੂਨੀ ਗੜਬੜੀ ਕਰਕੇ। ਸੋ ਹੋ ਸਕਦਾ ਹੈ ਤੁਹਾਡੇ ਵਿੱਚ ਜਿਹੜੇ ਆਪਸ਼ਨਾਂ ਨੇ ਚੇਂਜ ਕਰ ਦਿੱਤੀਆਂ ਜਾਣ, ਜਾਂ ਇਕੱਲਾ 1962 ਪਾ ਦਿੱਤਾ ਜਾਵੇ, ਜਾਂ 1971 ਪਾ ਦਿੱਤਾ ਜਾਵੇ, ਜਾਂ 1975। ਅਗਰ ਇਸੇ ਤਰ੍ਹਾਂ ਬਣਿਆ ਬਣਾਇਆ ਕੁਐਸਚਨ ਆ ਗਿਆ ਤਾਂ ਉਪਰੋਕਤ ਸਾਰੇ ਜਿਹੜਾ ਸਾਡਾ ਰਾਈਟ ਆਨਸਰ ਆਏਗਾ। ਸੋ 62, 71 ਅਤੇ 75 ਤਾਂ ਇਹਨਾਂ ਸਮੇਂ ਹੈ ਜਿਹੜੀ ਭਾਰਤ ਦੇ ਵਿੱਚ ਰਾਸ਼ਟਰੀ ਸੰਕਟ ਕਾਲ ਦੀ ਘੋਸ਼ਣਾ ਜਿਹੜੀ ਕੀਤੀ ਗਈ ਸੀ। ਸੋ ਪਾਕਿਸਤਾਨ ਨਾਲ ਲੜਾਈ ਸੀ, ਇਹ ਪੁੱਛਿਆ ਜਾ ਸਕਦਾ ਹੈ ਕਦੋਂ ਹੋਈ ਸੀ? 1971। ਚੀਨ ਦੇ ਹਮਲਾ 1962। ਤਾਂ ਇਹਨਾਂ ਚੀਜ਼ਾਂ ਦੇ ਪ੍ਰਸ਼ਨ ਬਣਾ ਕੇ ਤੁਹਾਡੇ ਤੋਂ ਪੁੱਛੇ ਜਾ ਸਕਦੇ ਆ। ਕੋਈ ਜ਼ਰੂਰੀ ਵੀ ਨਹੀਂ ਹੈ ਕਿ ਰਾਸ਼ਟਰੀ ਸੰਕਟ ਕਾਲ ਦੀ ਘੋਸ਼ਣਾ ਦੇ ਬਾਰੇ ਕੁਐਸਚਨ ਪੁੱਛਿਆ ਜਾਵੇ, ਕਿਉਂਕਿ ਜੋ ਵੀ ਐਗਜ਼ਾਮ ਪਾਉਂਦਾ ਹੈ, ਪ੍ਰਸ਼ਨ ਪਾਉਂਦਾ ਹੈ, ਉਹਦਾ ਮਕਸਦ ਤੁਹਾਡੇ ਦਿਮਾਗ ਨਾਲ ਖੇਡਣਾ ਹੁੰਦਾ ਹੈ। ਇਸੇ ਕੁਐਸਚਨ ਦੇ ਵਿੱਚੋਂ ਕਿੰਨੇ ਕੁਐਸਚਨ ਹੈ ਜਿਹੜੇ ਉਹ ਬਣਦੇ ਆ, ਤਾਂ ਜ਼ਰੂਰ ਧਿਆਨ ਨਾਲ ਰੀਡ ਕਰਿਓ। ਇਹਦੇ ਵਿੱਚੋਂ ਜ਼ਰੂਰ ਜਿਹੜੇ ਕੁਐਸਚਨ ਬਣਦੇ ਤੁਸੀਂ ਨੋਟ ਕਰ ਲਿਓ। ਰਾਸ਼ਟਰੀ ਸੰਕਟ ਕਾਲ ਘੋਸ਼ਣਾ 'ਤੇ ਹੋ ਗਿਆ, ਪਾਕਿਸਤਾਨ ਦੀ ਜੰਗ ਹਮਲਾ ਹੋ ਗਿਆ 1971, ਅੰਦਰੂਨੀ ਗੜਬੜੀ 1975, ਚੀਨ ਦਾ ਹਮਲਾ 1962। ਅਗਲਾ ਪ੍ਰਸ਼ਨ ਹੈ ਕਿਸ ਸੁਤੰਤਰਤਾ ਦੇ ਅਧਿਕਾਰ ਨੂੰ ਰਾਸ਼ਟਰੀ ਸੰਕਟ ਕਾਲ ਦੇ ਦੌਰਾਨ ਵੀ ਖਤਮ ਹੈ ਜਿਹੜਾ ਨਹੀਂ ਕੀਤਾ ਜਾ ਸਕਦਾ? ਉਹ ਕਿਹੜਾ ਅਧਿਕਾਰ ਹੈ ਜੇਕਰ ਰਾਸ਼ਟਰੀ ਸੰਕਟ ਕਾਲ ਐਲਾਨ ਕਰ ਦਿੱਤਾ ਜਾਵੇ ਅਤੇ ਉਹ ਖਤਮ ਹੈ ਜਿਹੜਾ ਅਧਿਕਾਰ ਨਹੀਂ ਕੀਤਾ ਜਾ ਸਕਦਾ? ਸਮਾਨਤਾ ਦਾ ਅਧਿਕਾਰ, ਵਿੱਦਿਆ ਦਾ ਅਧਿਕਾਰ, ਜੀਵਨ ਅਤੇ ਨਿੱਜੀ ਸੁਤੰਤਰਤਾ ਦਾ ਅਧਿਕਾਰ, ਜਾਂ ਘੁੰਮਣ ਫਿਰਨ ਦਾ ਅਧਿਕਾਰ। ਤਾਂ ਇਹ ਅਧਿਕਾਰ ਹੈ ਜੀ ਆਪਸ਼ਨ ਈਡੀ, ਜੀਵਨ ਅਤੇ ਨਿੱਜੀ ਸੁਤੰਤਰਤਾ ਦਾ ਜਿਹੜਾ ਅਧਿਕਾਰ ਹੈ ਤਾਂ ਇਸ ਨੂੰ ਰਾਸ਼ਟਰੀ ਸੰਕਟ ਕਾਲ ਦੇ ਦੌਰਾਨ ਵੀ ਇਹ ਜਿਹੜਾ ਖਤਮ ਨਹੀਂ ਕੀਤਾ ਜਾ ਸਕਦਾ। ਆਪਸ਼ਨ ਈਡੀ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ ਰਾਸ਼ਟਰੀ ਸੰਕਟ ਕਾਲ ਦੇ ਐਲਾਨ ਤੋਂ ਬਾਅਦ ਕਿੰਨੇ ਸਮੇਂ ਦੇ ਵਿੱਚ ਇਸ ਨੂੰ ਸੰਸਦ ਦੇ ਦੁਆਰਾ ਪ੍ਰਵਾਨਗੀ ਮਿਲਣੀ ਜ਼ਰੂਰੀ ਹੈ? 1 ਮਹੀਨੇ, 6 ਮਹੀਨੇ, 6 ਹਫ਼ਤੇ ਜਾਂ 2 ਮਹੀਨੇ। ਤਾਂ ਰਾਸ਼ਟਰੀ ਸੰਕਟ ਕਾਲ ਦੇ ਐਲਾਨ ਤੋਂ ਬਾਅਦ ਇਸ ਨੂੰ ਜਿਹੜੀ ਸੰਸਦ ਦੇ ਦੁਆਰਾ 1 ਮਹੀਨੇ ਦੇ ਵਿੱਚ ਜਿਹੜੀ ਪ੍ਰਵਾਨਗੀ ਮਿਲਣੀ ਜ਼ਰੂਰੀ ਹੈ। ਜਦੋਂ ਰਾਸ਼ਟਰੀ ਸੰਕਟ ਕਾਲ ਦਾ ਐਲਾਨ ਹੋ ਜਾਂਦਾ ਹੈ ਤਾਂ 1 ਮਹੀਨੇ ਦਾ ਸਮਾਂ ਹੁੰਦਾ ਹੈ। 1 ਮਹੀਨੇ ਦੇ ਸਮੇਂ ਦੇ ਵਿੱਚ ਇਹਨੂੰ ਸੰਸਦ ਦੇ ਦੁਆਰਾ ਪ੍ਰਵਾਨਗੀ ਮਿਲਣੀ ਹੈ ਜਿਹੜੀ ਉਹ ਜ਼ਰੂਰੀ ਹੈ। ਸੋ 30 ਦਿਨ ਆਪਾਂ ਕਹਿ ਸਕਦੇ ਹਾਂ। ਆਪਸ਼ਨ ਊੜਾ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ ਜੇਕਰ ਕਿਸੇ ਰਾਜ ਦਾ
ਪ੍ਰਬੰਧ ਸੰਵਿਧਾਨ ਦੇ ਅਨੁਸਾਰ ਨਹੀਂ ਚਲਾਇਆ ਜਾ ਰਿਹਾ ਤਾਂ ਉੱਥੇ ਕਿਸ ਪ੍ਰਕਾਰ ਦਾ ਸੰਕਟ ਕਾਲ ਹੈ ਜਿਹੜਾ ਲਾਗੂ ਕੀਤਾ ਜਾਂਦਾ ਹੈ। ਰਾਜ ਯਾਨੀ ਕਿ ਸਟੇਟ, ਰਾਸ਼ਟਰੀ ਸੰਕਟ ਕਾਲ, ਸੰਵਿਧਾਨਕ ਸੰਕਟ ਕਾਲ, ਵਿੱਤੀ ਸੰਕਟ ਕਾਲ ਜਾਂ ਉਪਰੋਕਤ ਸਾਰੇ। ਆਨਸਰ ਤੁਹਾਨੂੰ ਪਤਾ ਲੱਗ ਗਿਆ ਹੋਵੇਗਾ, ਬਿਲਕੁਲ ਸੌਖਾ ਹੈ। ਸੰਵਿਧਾਨਕ ਸੰਕਟ ਕਾਲ ਇਸ ਨੂੰ ਕਿਹਾ ਜਾਏਗਾ। ਇਹ ਪ੍ਰਕਾਰ ਹੋਏਗਾ ਜੇਕਰ ਕਿਸੇ ਰਾਜ ਦਾ ਪ੍ਰਬੰਧ ਹੈ ਜਿਹੜਾ ਸੰਵਿਧਾਨ ਦੇ ਅਨੁਸਾਰ ਨਹੀਂ ਚਲਾਇਆ ਜਾ ਰਿਹਾ, ਕਿਉਂਕਿ ਜੋ ਸੰਵਿਧਾਨ ਕਹਿੰਦਾ ਹੈ ਉਹਦੇ ਹਿਸਾਬ ਨਾਲ ਕਿਸੇ ਸਟੇਟ ਦਾ ਪ੍ਰਬੰਧ ਨਹੀਂ ਚਲਾਇਆ ਜਾ ਰਿਹਾ ਤਾਂ ਇਸ ਨੂੰ ਸੰਵਿਧਾਨਕ ਸੰਕਟ ਕਾਲ ਹੈ ਜਿਹੜਾ ਮੰਨਿਆ ਜਾਏਗਾ, ਸੰਵਿਧਾਨਕ ਸੰਕਟ ਕਾਲ ਲਾਗੂ ਕੀਤਾ ਜਾਏਗਾ। ਆਪਸ਼ਨ ਆੜਾ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ ਸੰਵਿਧਾਨਕ ਸੰਕਟ ਕਾਲ ਲਈ ਸੰਸਦ ਦੀ ਪ੍ਰਵਾਨਗੀ ਹੈ ਜਿਹੜੀ ਕਿੰਨੇ ਸਮੇਂ ਦੇ ਵਿੱਚ ਮਿਲਣੀ ਜ਼ਰੂਰੀ ਹੈ। ਤਾਂ ਇੱਥੇ ਸੰਵਿਧਾਨਕ ਸੰਕਟ ਕਾਲ ਪੁੱਛਿਆ ਗਿਆ। ਤਾਂ ਪਹਿਲਾ ਕੁਐਸਚਨ ਆਇਆ ਸੀਗਾ ਜਿਹੜਾ ਉਹ ਰਾਸ਼ਟਰੀ ਸੰਕਟ ਕਾਲ ਸੀਗਾ, ਉਹਦੇ ਐਲਾਨ ਹੋਣ ਤੋਂ ਬਾਅਦ ਸੰਸਦ ਦੁਆਰਾ ਕਿੰਨੇ ਸਮੇਂ ਦੇ ਵਿੱਚ ਪ੍ਰਵਾਨਗੀ ਮਿਲਣੀ ਜ਼ਰੂਰੀ ਹੁੰਦੀ ਹੈ। ਰਾਸ਼ਟਰੀ ਸੰਕਟ ਕਾਲ 'ਤੇ ਪੁੱਛਿਆ ਜਾਵੇ ਤਾਂ 1 ਮਹੀਨੇ ਆਏਗਾ। ਤਾਂ ਇੱਥੇ ਸੰਵਿਧਾਨਕ ਸੰਕਟ ਕਾਲ ਪੁੱਛਿਆ ਗਿਆ ਜੋ ਕਿਸੇ ਸਟੇਟ ਦੇ ਪ੍ਰਬੰਧ ਨੂੰ ਲੈ ਕੇ ਹੁੰਦਾ ਹੈ, ਜੋ ਉੱਪਰ ਆਪਾਂ ਪੜ੍ਹ ਕੇ ਆਏ ਹਾਂ। ਤਾਂ ਇਹਦੀ ਪ੍ਰਵਾਨਗੀ ਸੰਸਦ ਵੱਲੋਂ ਕਿੰਨੇ ਸਮੇਂ ਵਿੱਚ ਮਿਲਣੀ ਜ਼ਰੂਰੀ ਹੈ। 2 ਮਹੀਨੇ, 4 ਮਹੀਨੇ, 1 ਮਹੀਨਾ ਜਾਂ 6 ਮਹੀਨੇ। ਤਾਂ ਇਹ ਪ੍ਰਵਾਨਗੀ ਹੈ ਜਿਹੜੀ 2 ਮਹੀਨੇ ਦੇ ਵਿੱਚ ਮਿਲਣੀ ਜ਼ਰੂਰੀ ਹੈ, ਸੰਸਦ ਦੀ ਪ੍ਰਵਾਨਗੀ ਸੰਵਿਧਾਨਕ ਸੰਕਟ ਕਾਲ ਲਈ। ਆਪਸ਼ਨ ਊੜਾ ਸਾਡਾ ਰਾਈਟ ਆਨਸਰ ਆਏਗਾ। ਸੋ ਜਲਦੀ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰ ਦਿਓ। ਜੋ ਪਹਿਲੀ ਵਾਰ ਚੈਨਲ ਤੇ ਵਿਜ਼ਿਟ ਕਰ ਰਹੇ ਨੇ ਤਾਂ ਸਬਸਕ੍ਰਾਈਬ ਤਾਂ ਨਾਲ ਜੋ ਬੈਲ ਆਈਕਨ ਘੰਟੀ ਹੈ ਆਲ ਵੀਡੀਓ ਆਪਸ਼ਨ ਤੇ ਪ੍ਰੈਸ ਜ਼ਰੂਰ ਕਰ ਲਿਓ ਤਾਂ ਜੋ ਕੋਈ ਵੀ ਲੈਕਚਰ ਤੁਹਾਡਾ ਮਿਸ ਹੈ ਜਿਹੜਾ ਨਾ ਹੋਵੇ। ਡੇਲੀ ਤੁਹਾਨੂੰ ਕਲਾਸ ਦੀ ਸਮੇਂ ਸਿਰ ਅਪਡੇਟ ਮਿਲਦੀ ਰਹੇ। ਅਗਲਾ ਪ੍ਰਸ਼ਨ ਹੈ ਜੀ ਭਾਰਤੀ ਸੰਵਿਧਾਨ ਦੀ ਧਾਰਾ 63 ਕਿਸ ਮਹੱਤਵਪੂਰਨ ਅਹੁਦੇ ਦੀ ਵਿਵਸਥਾ ਜਿਹੜੀ ਕਰਦੀ ਹੈ। ਰਾਸ਼ਟਰਪਤੀ, ਉਪ ਰਾਸ਼ਟਰਪਤੀ, ਸਪੀਕਰ ਜਾਂ ਡਿਪਟੀ ਸਪੀਕਰ। ਤਾਂ ਸੰਵਿਧਾਨ ਦੀ ਧਾਰਾ ਜਿਹੜੀ 63 ਹੈ ਇਹ ਉਪ ਰਾਸ਼ਟਰਪਤੀ ਦੇ ਅਹੁਦੇ ਦੀ ਵਿਵਸਥਾ ਕਰਦੀ ਹੈ, ਜਾਂ ਇਹ ਵੀ ਪੁੱਛਿਆ ਜਾਂਦਾ ਹੈ ਕਿ ਉਪ ਰਾਸ਼ਟਰਪਤੀ ਦੇ ਅਹੁਦੇ ਨਾਲ ਸੰਬੰਧਿਤ ਸੰਵਿਧਾਨ ਦੀ ਧਾਰਾ ਦੱਸੋ। ਉਲਟਾ ਕੇ ਵੀ ਪੁੱਛਿਆ ਜਾ ਸਕਦਾ ਹੈ। ਤਾਂ ਧਾਰਾ 63 ਹੈ ਜਿਹੜੀ ਉਪ ਰਾਸ਼ਟਰਪਤੀ ਦੇ ਅਹੁਦੇ ਦੀ ਜਿਹੜੀ ਵਿਵਸਥਾ ਉਹ ਕਰਦੀ ਹੈ। ਆਪਸ਼ਨ ਆੜਾ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ ਭਾਰਤ ਦਾ ਉਪ ਰਾਸ਼ਟਰਪਤੀ ਬਣਨ ਲਈ ਕਿਹੜੀਆਂ ਯੋਗਤਾਵਾਂ ਨੇ ਜਿਹੜੀਆਂ ਹੋਣੀਆਂ ਚਾਹੀਦੀਆਂ ਨੇ। ਭਾਰਤ ਦਾ ਨਾਗਰਿਕ ਹੋਵੇ, ਉਸ ਦੀ ਉਮਰ ਘੱਟੋ ਘੱਟ 35 ਸਾਲ ਹੋਵੇ, ਉਹ ਰਾਜ ਸਭਾ ਦਾ ਮੈਂਬਰ ਬਣਨ ਦੀਆਂ ਸਾਰੀਆਂ ਯੋਗਤਾਵਾਂ ਰੱਖਦਾ ਹੋਵੇ ਜਾਂ ਉਪਰੋਕਤ ਸਾਰੇ। ਸੋ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਇਸ ਤਰ੍ਹਾਂ ਦੇ ਕੁਐਸਚਨ 'ਚ 100% ਜਿਹੜਾ ਆਨਸਰ ਹੁੰਦਾ ਉਪਰੋਕਤ ਸਾਰੇ ਹੁੰਦਾ। ਤਾਂ ਤਿੰਨੋਂ ਕਥਨ ਜਿਹੜੇ ਸਹੀ ਨੇ, ਯੋਗਤਾਵਾਂ ਨੇ ਜਿਹੜੀਆਂ ਉਪ ਰਾਸ਼ਟਰਪਤੀ ਬਣਨ ਲਈ ਹੋਣੇ ਚਾਹੀਦੀਆਂ ਨੇ। ਅਗਲਾ ਪ੍ਰਸ਼ਨ ਹੈ ਉਪ ਰਾਸ਼ਟਰਪਤੀ ਦੀ ਚੋਣ ਦੇ ਵਿੱਚ ਕੌਣ ਹਿੱਸਾ ਜਿਹੜਾ ਨਹੀਂ ਲੈਂਦਾ। ਸੰਸਦ ਦੇ ਦੋਹਾਂ ਸਦਨਾਂ ਦੇ ਚੁਣੇ ਹੋਏ ਮੈਂਬਰ, ਸੰਸਦ ਦੇ ਦੋਹਾਂ ਸਦਨਾਂ ਦੇ ਨਾਮਜ਼ਦ ਮੈਂਬਰ, ਰਾਜ ਵਿਧਾਨ ਮੰਡਲ ਦੇ ਚੁਣੇ ਹੋਏ ਮੈਂਬਰ ਜਾਂ ਆਪਸ਼ਨ ਊੜਾ ਅਤੇ ਆੜਾ। ਤਾਂ ਉਪ ਰਾਸ਼ਟਰਪਤੀ ਦੀ ਚੋਣ ਦੇ ਵਿੱਚ ਜੋ ਹਿੱਸਾ ਨਹੀਂ ਲੈਂਦਾ ਤਾਂ ਉਹ ਹੈ ਆਪਸ਼ਨ ਈਡੀ। ਰਾਜ ਵਿਧਾਨ ਮੰਡਲ ਦੇ ਚੁਣੇ ਹੋਏ ਜੋ ਮੈਂਬਰ ਹੁੰਦੇ ਨੇ ਉਹ ਉਪ ਰਾਸ਼ਟਰਪਤੀ ਦੀ ਚੋਣ ਵਿੱਚ ਹਿੱਸਾ ਜਿਹੜੇ ਨਹੀਂ ਲੈਂਦੇ। ਸੋ ਉਪ ਰਾਸ਼ਟਰਪਤੀ ਦੀ ਚੋਣ 'ਤੇ ਪੁੱਛਿਆ ਜਾ ਸਕਦਾ ਹੈ। ਕੱਲ੍ਹ ਵਾਲੇ ਭਾਗ ਦੇ ਵਿੱਚ ਆਪਾਂ ਪਰਸੋਂ ਵਾਲੇ ਭਾਗ ਦੇ ਵਿੱਚ ਕਰਿਆ ਸੀਗਾ ਰਾਸ਼ਟਰਪਤੀ ਦੀ ਚੋਣ ਦੇ ਵਿੱਚ। ਦੋਨੋਂ ਅਲੱਗ-ਅਲੱਗ ਕੁਐਸਚਨ ਨੇ। ਤਾਂ ਆਪਸ਼ਨ ਈਡੀ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ 1952 ਤੋਂ 1962 ਤੱਕ ਭਾਰਤ ਦੇ ਉਪ ਰਾਸ਼ਟਰਪਤੀ ਦਾ ਨਾਮ ਦੱਸੋ। ਤਾਂ ਇਹ ਕਾਰਜਕਾਲ ਤੇ ਸੰਬੰਧਿਤ ਪ੍ਰਸ਼ਨ ਆ ਗਿਆ। ਉਪ ਰਾਸ਼ਟਰਪਤੀ ਪੁੱਛਿਆ ਜਾ ਸਕਦਾ ਹੈ, ਰਾਸ਼ਟਰਪਤੀ ਪੁੱਛਿਆ ਜਾ ਸਕਦਾ ਹੈ, ਪ੍ਰਧਾਨ ਮੰਤਰੀ ਦੇ ਪੁੱਛਿਆ ਜਾ ਸਕਦਾ ਹੈ, ਮੁੱਖ ਮੰਤਰੀਆਂ ਦੇ ਕਾਰਜਕਾਲ 'ਤੇ ਵੀ ਪੁੱਛਿਆ ਜਾ ਸਕਦਾ ਹੈ, ਡਿਪਟੀ ਸਪੀਕਰ ਦੇ ਕਾਰਜਕਾਲ 'ਤੇ ਹੀ ਪੁੱਛਿਆ ਜਾ ਸਕਦਾ ਹੈ, ਇਹ ਕਿਸੇ ਦੇ ਹੀ ਪੁੱਛਿਆ ਜਾ ਸਕਦਾ ਹੈ। ਇਹ ਅਲੱਗ ਤੋਂ ਵੀਡੀਓ ਤੁਹਾਨੂੰ ਪ੍ਰੋਵਾਈਡ ਕਰਾ ਦਾਂਗੇ। ਤਾਂ ਹੁਣ ਇੱਥੇ ਪੁੱਛਿਆ ਗਿਆ 1952 ਤੋਂ 1962 ਤੱਕ ਭਾਰਤ ਦਾ ਉਪ ਰਾਸ਼ਟਰਪਤੀ ਕੌਣ ਸੀਗਾ। ਡਾਕਟਰ ਜ਼ਾਕਿਰ ਹੁਸੈਨ, ਸ਼੍ਰੀ ਵੀ ਗਿਰੀ, ਡਾਕਟਰ ਐਸ ਰਾਧਾ ਕ੍ਰਿਸ਼ਨਨ ਜਾਂ ਸ਼੍ਰੀ ਵੀ ਜੱਤੀ। ਤਾਂ 1952 ਤੋਂ 1962 ਤੱਕ ਭਾਰਤ ਦੇ ਜਿਹੜੇ ਉਪ ਰਾਸ਼ਟਰਪਤੀ ਸੀਗੇ ਉਹ ਆਪਸ਼ਨ ਈਡੀ ਡਾਕਟਰ ਐਸ ਰਾਧਾ ਕ੍ਰਿਸ਼ਨਨ ਸੀਗੇ। ਆਪਸ਼ਨ ਈਡੀ ਰਾਈਟ ਆਨਸਰ ਆਏਗਾ 1952 ਤੋਂ 1962 ਤੱਕ। ਅਗਲਾ ਪ੍ਰਸ਼ਨ ਹੈ ਉਪ ਰਾਸ਼ਟਰਪਤੀ ਦਾ ਕਾਰਜਕਾਲ ਜਿਹੜਾ ਕਿੰਨਾ ਹੁੰਦਾ ਹੈ, ਕਿੰਨੇ ਸਾਲ ਦਾ ਹੁੰਦਾ ਹੈ। 2 ਸਾਲ, 4 ਸਾਲ,
ਰਾਜ ਸਭਾ ਦੇ ਵਾਂਗ ਸਥਾਈ ਹੁੰਦਾ ਹੈ ਜਾਂ 5 ਸਾਲ? ਤਾਂ ਉਪ ਰਾਸ਼ਟਰਪਤੀ ਦਾ ਕਾਰਜਕਾਲ ਹੈ ਜਿਹੜਾ ਉਹ 5 ਸਾਲ ਦਾ ਹੁੰਦਾ ਹੈ। ਆਪਸ਼ਨ ਸੱਸਾ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ, ਵਰਤਮਾਨ ਸਮੇਂ ਭਾਰਤ ਦੇ ਉਪ ਰਾਸ਼ਟਰਪਤੀ ਦੀ ਤਨਖਾਹ ਹੈ ਜਿਹੜੀ ਉਹ ਕਿੰਨੀ ਹੈ? 4 ਲੱਖ ਪ੍ਰਤੀ ਮਹੀਨਾ, ਤਾਂ ਇੱਥੇ 2 ਵਾਰ ਆ ਗਿਆ, 3 ਲੱਖ ਪ੍ਰਤੀ ਮਹੀਨਾ ਜਾਂ 5 ਲੱਖ ਪ੍ਰਤੀ ਮਹੀਨਾ। ਤਾਂ ਉਪ ਰਾਸ਼ਟਰਪਤੀ ਦੀ ਤਨਖਾਹ ਪੁੱਛੀ ਗਈ ਹੈ ਤਾਂ 4 ਲੱਖ ਪ੍ਰਤੀ ਮਹੀਨਾ ਆਏਗਾ। ਪਹਿਲੇ ਵਾਲੇ ਭਾਗ ਵਿੱਚ ਰਾਸ਼ਟਰਪਤੀ ਦੀ ਪੁੱਛਿਆ ਗਿਆ ਸੀ, ਤਾਂ ਰਾਸ਼ਟਰਪਤੀ ਦੀ 5 ਲੱਖ ਰੁਪਏ ਪ੍ਰਤੀ ਮਹੀਨਾ ਤਨਖਾਹ ਜਿਹੜੀ ਹੁੰਦੀ ਹੈ। ਰਾਸ਼ਟਰਪਤੀ ਦੀ 5 ਲੱਖ ਹੈ, ਉਪ ਰਾਸ਼ਟਰਪਤੀ ਲੱਖ ਘਟਾ ਦਿਓ 4 ਲੱਖ ਹੈ, ਤਾਂ ਜ਼ਰੂਰ ਯਾਦ ਕਰ ਲਿਓ। ਅਗਲਾ ਪ੍ਰਸ਼ਨ ਹੈ, ਉਪ ਰਾਸ਼ਟਰਪਤੀ ਦਾ ਮੁੱਖ ਕੰਮ ਕਿਹੜਾ ਹੁੰਦਾ? ਜਨਤਕ ਨਿਯੁਕਤੀਆਂ ਕਰਨਾ, ਰਾਜ ਸਭਾ ਦੀ ਪ੍ਰਧਾਨਗੀ ਕਰਨੀ, ਮਹਿਕਮਿਆਂ ਦੀ ਵੰਡ ਕਰਨੀ, ਪ੍ਰਧਾਨ ਮੰਤਰੀ ਦੀ ਨਿਯੁਕਤੀ ਕਰਨੀ। ਤਾਂ ਜੋ ਉਪ ਰਾਸ਼ਟਰਪਤੀ ਹੁੰਦਾ ਤਾਂ ਇਸ ਦਾ ਮੁੱਖ ਕੰਮ ਜਿਹੜਾ ਹੁੰਦਾ ਹੈ ਉਹ ਰਾਜ ਸਭਾ ਦੀ ਪ੍ਰਧਾਨਗੀ ਕਰਨੀ ਹੁੰਦਾ ਹੈ। ਆਪਸ਼ਨ ਆੜਾ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ, ਇਹਨਾਂ ਦੇ ਵਿੱਚੋਂ ਕਿਹੜੇ ਉਪ ਰਾਸ਼ਟਰਪਤੀ ਸੀ ਜਿਹੜੇ ਬਿਨਾਂ ਕਿਸੇ ਵਿਰੋਧ ਦੇ ਜਿੱਤੇ ਸੀਗੇ? ਐਮ ਹਦਾਇਤੁੱਲਾ, ਡਾਕਟਰ ਸ਼ੰਕਰ ਦਿਆਲ ਸ਼ਰਮਾ, ਡਾਕਟਰ ਐਸ ਰਾਧਾ ਕ੍ਰਿਸ਼ਨਨ ਜਾਂ ਉਪਰੋਕਤ ਸਾਰੇ। ਤਾਂ ਇਹਨਾਂ ਦੇ ਵਿੱਚ ਜਿਹੜਾ ਉਪ ਰਾਸ਼ਟਰਪਤੀ ਸੀ ਬਿਨਾਂ ਕਿਸੇ ਵਿਰੋਧ ਦੇ ਜਿੱਤੇ ਸੀਗੇ, ਜੇਤੂ ਰਹੇ ਸੀਗੇ, ਉਪਰੋਕਤ ਸਾਰੇ ਸੀ। ਐਮ ਹਦਾਇਤੁੱਲਾ, ਡਾਕਟਰ ਸ਼ੰਕਰ ਦਿਆਲ ਸ਼ਰਮਾ, ਡਾਕਟਰ ਐਸ ਰਾਧਾ ਕ੍ਰਿਸ਼ਨਨ। ਸੋ ਇਹਦੇ ਵਿੱਚੋਂ ਕਈ ਵਾਰ ਤੁਹਾਨੂੰ ਥੋੜ੍ਹਾ ਜਿਹਾ ਕਨਫਿਊਜ਼ ਕਰਨ ਵਾਸਤੇ ਇੱਕ ਆਪਸ਼ਨ ਪਾਈ ਜਾ ਸਕਦੀ ਹੈ। ਹੋ ਸਕਦਾ ਆਪਸ਼ਨ ਉਹ ਡਾਕਟਰ ਦਿਆਲ ਸ਼ਰਮਾ ਦੀ ਹੋਵੇ, ਐਮ ਹਦਾਇਤੁੱਲਾ ਹੋਵੇ, ਡਾਕਟਰ ਐਸ ਰਾਧਾ ਕ੍ਰਿਸ਼ਨਨ ਹੋਵੇ, ਕਿ ਇਹਨਾਂ ਵਿੱਚੋਂ ਕਿਹੜਾ ਉਪ ਰਾਸ਼ਟਰਪਤੀ ਹੈ ਜਿਹੜਾ ਬਿਨਾਂ ਕਿਸੇ ਵਿਰੋਧ ਦੇ ਜਿੱਤਿਆ ਸੀ। ਤਾਂ ਇੱਥੇ ਪਾਇਆ ਹੋਇਆ ਜੇਤੂ ਰਹੇ, ਯਾਨੀ ਕਿ ਉਪਰੋਕਤ ਸਾਰੀਆਂ ਆਪਸ਼ਨਾਂ ਆ ਜਾਣਗੀਆਂ। ਕਿਹੜੇ ਕਿਹੜੇ ਜੇਤੂ ਰਹੇ, ਯਾਨੀ ਕਿ ਇੱਕ ਤੋਂ ਵੱਧ ਜੇਤੂ ਰਹੇ ਨੇ, ਆਪਾਂ ਇੱਥੋਂ ਅੰਦਾਜ਼ਾ ਲਗਾ ਸਕਦੇ ਹਾਂ। ਬਿਨਾਂ ਕਿਸੇ ਵਿਰੋਧ ਦੇ ਜਿੱਤਿਆ ਤਾਂ ਉੱਥੇ ਥੋੜ੍ਹਾ ਇੰਨਾ ਕੁ ਚੇਂਜ ਕਰ ਦਿੱਤਾ ਜਾਏਗਾ। ਤਾਂ ਇਹ ਤਿੰਨੋਂ ਤੁਸੀਂ ਜਿਹੜੇ ਆ ਯਾਦ ਕਰ ਲਿਓ, ਐਮ ਹਦਾਇਤੁੱਲਾ, ਸ਼ੰਕਰ ਦਿਆਲ ਸ਼ਰਮਾ, ਡਾਕਟਰ ਐਸ ਰਾਧਾ ਕ੍ਰਿਸ਼ਨਨ। ਤਾਂ ਇਸ ਕੁਐਸਚਨ ਦੇ ਹਿਸਾਬ ਨਾਲ ਹੈ ਜਿਹੜਾ ਆਪਸ਼ਨ ਸੱਸਾ ਆਪਣਾ ਰਾਈਟ ਆਨਸਰ ਬਣਦਾ। ਅਗਲਾ ਪ੍ਰਸ਼ਨ ਹੈ, ਭਾਰਤ ਦਾ ਜੋ ਉਪ ਰਾਸ਼ਟਰਪਤੀ ਹੁੰਦਾ ਤਾਂ ਸਹੁੰ ਚੁਕਾਉਣ ਦੀ ਰਸਮ ਕੌਣ ਅਦਾ ਕਰਦਾ? ਸੁਪਰੀਮ ਕੋਰਟ ਦਾ ਜੱਜ, ਹਾਈ ਕੋਰਟ ਦਾ ਮੁੱਖ ਜੱਜ, ਰਾਸ਼ਟਰਪਤੀ ਜਾਂ ਲੋਕ ਸਭਾ ਦਾ ਸਪੀਕਰ। ਤਾਂ ਜੋ ਭਾਰਤ ਦਾ ਉਪ ਰਾਸ਼ਟਰਪਤੀ ਹੁੰਦਾ ਹੈ ਇਸ ਨੂੰ ਸਹੁੰ ਚੁਕਾਉਣ ਦੀ ਰਸਮ ਹੈ ਜਿਹੜੀ ਉਹ ਰਾਸ਼ਟਰਪਤੀ ਕਰਦਾ ਹੈ। ਆਪਸ਼ਨ ਈਡੀ ਰਾਈਟ ਆਨਸਰ ਆਏਗਾ। ਸੋ ਤਿਆਗ ਪੱਤਰ ਨਾਲ ਸੰਬੰਧਿਤ ਪ੍ਰਸ਼ਨ ਹੀ ਪੁੱਛੇ ਜਾਂਦੇ ਹੈ। ਅਗਲਾ ਪ੍ਰਸ਼ਨ ਹੈ, ਉਪ ਰਾਸ਼ਟਰਪਤੀ ਦੀ ਚੋਣ ਸੰਬੰਧੀ ਝਗੜੇ ਦਾ ਨਿਪਟਾਰਾ ਕੌਣ ਕਰਦਾ ਹੈ? ਅਗਰ ਉਪ ਰਾਸ਼ਟਰਪਤੀ ਦੀ ਚੋਣ ਕਰਨੀ ਹੈ ਤਾਂ ਚੋਣ ਨੂੰ ਲੈ ਕੇ ਝਗੜਾ ਹੋ ਜਾਂਦਾ ਹੈ ਤਾਂ ਇਹਦਾ ਨਿਪਟਾਰਾ ਕੌਣ ਕਰੇਗਾ? ਰਾਸ਼ਟਰਪਤੀ, ਸੁਪਰੀਮ ਕੋਰਟ, ਹਾਈ ਕੋਰਟ ਜਾਂ ਰਾਜ ਸਭਾ ਦੇ ਮੈਂਬਰ। ਤਾਂ ਇਸ ਝਗੜੇ ਦਾ ਨਿਪਟਾਰਾ ਜਿਹੜਾ ਸੁਪਰੀਮ ਕੋਰਟ ਕਰੇਗੀ। ਆਪਸ਼ਨ ਆੜਾ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ, ਜਦੋਂ ਉਪ ਰਾਸ਼ਟਰਪਤੀ ਕਿਸੇ ਕਾਰਨ ਰਾਸ਼ਟਰਪਤੀ ਦਾ ਪਦ ਸੰਭਾਲਦਾ ਹੈ ਤਾਂ ਰਾਜ ਸਭਾ ਦੀ ਪ੍ਰਧਾਨਗੀ ਕੌਣ ਕਰਦਾ ਹੈ? ਰਾਜ ਸਭਾ ਦਾ ਡਿਪਟੀ ਚੇਅਰਮੈਨ, ਉਪ ਰਾਸ਼ਟਰਪਤੀ ਆਪ ਹੀ, ਲੋਕ ਸਭਾ ਦਾ ਸਪੀਕਰ ਜਾਂ ਲੋਕ ਸਭਾ ਦਾ ਡਿਪਟੀ ਸਪੀਕਰ। ਤਾਂ ਉਪ ਰਾਸ਼ਟਰਪਤੀ ਕਿਸੇ ਕਾਰਨ ਕਰਕੇ ਰਾਸ਼ਟਰਪਤੀ ਦਾ ਪਦ ਸੰਭਾਲਦਾ ਹੈ। ਤਾਂ ਪਹਿਲਾਂ ਵਾਲੇ ਭਾਗ ਵਿੱਚ ਇਹ ਕਰਿਆ ਸੀ, ਅਗਰ ਰਾਸ਼ਟਰਪਤੀ ਆਪਣਾ ਅਸਤੀਫਾ ਦੇ ਦਿੰਦਾ ਹੈ ਜਾਂ ਉਹਨਾਂ ਦੀ ਮੌਤ ਹੋ ਜਾਂਦੀ ਹੈ ਜਾਂ ਕਿਸੇ ਕਾਰਨ ਉਹਨਾਂ 'ਤੇ ਜਿਹੜਾ ਬੇਭਰੋਸੇ ਦਾ ਮਤਾ ਪਾਇਆ ਜਾਂਦਾ ਹੈ ਤਾਂ ਉਪ ਰਾਸ਼ਟਰਪਤੀ ਹੈ ਜਿਹੜਾ ਉਹਦਾ ਪਦ ਸੰਭਾਲੇਗਾ। ਅਤੇ ਇਹ ਪਦ ਸੰਭਾਲਣ ਤੋਂ ਬਾਅਦ ਰਾਜ ਸਭਾ ਦੀ ਪ੍ਰਧਾਨਗੀ ਹੈ ਜਿਹੜੀ ਕੌਣ ਕਰੇਗਾ? ਇਹ ਕੁਐਸਚਨ ਵਿੱਚ ਪੁੱਛਿਆ ਗਿਆ। ਤਾਂ ਰਾਜ ਸਭਾ ਦਾ ਡਿਪਟੀ ਚੇਅਰਮੈਨ ਰਾਜ ਸਭਾ ਦੀ ਜਿਹੜੀ ਪ੍ਰਧਾਨਗੀ ਕਰੇਗਾ ਅਗਰ ਉਪ ਰਾਸ਼ਟਰਪਤੀ ਰਾਸ਼ਟਰਪਤੀ ਦਾ ਪਦ ਸੰਭਾਲਦਾ ਹੈ। ਆਪਸ਼ਨ ਊੜਾ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ, ਭਾਰਤੀ ਸੰਵਿਧਾਨ ਦਾ ਕਿਹੜਾ ਅਨੁਛੇਦ ਇਹ ਵਿਵਸਥਾ ਕਰਦਾ ਹੈ ਕਿ ਭਾਰਤ ਦਾ ਉਪ ਰਾਸ਼ਟਰਪਤੀ ਹੀ ਰਾਜ ਸਭਾ ਦਾ ਚੇਅਰਮੈਨ ਹੋਵੇਗਾ? ਮੋਸਟ ਇੰਪੋਰਟੈਂਟ ਕੁਐਸਚਨ ਹੈ। ਅਨੁਛੇਦ 63, 64, 65 ਜਾਂ 66। ਤਾਂ ਇਹ ਅਨੁਛੇਦ ਹੈ ਜੀ 64, ਜਿਹੜਾ ਇਹ ਵਿਵਸਥਾ ਕਰਦਾ ਹੈ ਕਿ ਭਾਰਤ ਦਾ ਜੋ ਉਪ ਰਾਸ਼ਟਰਪਤੀ ਹੈ
ਰਾਜ ਸਭਾ ਦਾ ਚੇਅਰਮੈਨ ਹੋਵੇਗਾ। ਆਪਸ਼ਨ ਆੜਾ ਸਾਡਾ ਰਾਈਟ ਆਨਸਰ ਆਏਗਾ। ਸੋ ਦੋਸਤੋ ਇਹ ਅਗਲੇ ਭਾਗ ਦੇ ਅਗਲੇ ਮੋਸਟ ਇੰਪੋਰਟੈਂਟ ਕੁਐਸਚਨ ਸੀ। ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਤੇ ਅੱਗੇ ਵੱਧ ਤੋਂ ਵੱਧ ਗਰੁੱਪਾਂ ਦੇ ਵਿੱਚ ਜ਼ਰੂਰ ਸ਼ੇਅਰ ਕਰ ਦਿਆ ਕਰੋ। ਸੋ ਮਿਲਦੇ ਹਾਂ ਜੀ ਅਗਲੇ ਭਾਗ ਦੇ ਵਿੱਚ ਅਗਲੇ ਨਵੇਂ ਪ੍ਰਸ਼ਨਾਂ ਨਾਲ। ਉਦੋਂ ਤੱਕ ਲਈ ਧੰਨਵਾਦ।